ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। 48 ਲੱਖ ਵੀਜ਼ਾ ਜਾਰੀ ਕਰਦਿਆਂ ਕੈਨੇਡਾ ਨੇ ਬਣਾਇਆ ਰਿਕਾਰਡ। ਕੈਨੇਡੀਅਨ ਪਾਸਪੋਰਟ ਧਾਰਕਾਂ ਦੇ ਲਈ ਵੱਡੀ ਖਬਰ। ਭਾਰਤ ਨੇ ਈ-ਵੀਜ਼ਾ ਸਹੂਲਤ ਸ਼ੁਰੂ ਕਰਨ ਦਾ ਕੀਤਾ ਐਲਾਨ। UAE ਵਿੱਚ ਹੁਣ ਪਾਸਪੋਰਟ ਤੇ ਟਿਕਟ ਦੀ ਟੈਨਸ਼ਨ ਖਤਮ। 에ਅਰਪੋਰਟ ਤੇ ਸ਼ੁਰੂ ਕੀਤੀ ਗਈ ਨਵੀਂ ਸਰਵਿਸ, ਕੇਵਲ ਚਿਹਰਾ ਦਿਖਾਉਣ ਦੀ ਹੋਏਗੀ ਲੋੜ। ਅਦਾਲਤੀ ਫੈਸਲੇ ਤੋਂ ਬਾਅਦ ਸਮੁੰਦਰੀ ਰਸਤੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਣ ਦਾ ਰਾਹ ਖੁੱਲਿਆ। ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਦੇ ਲਈ ਜ਼ਰੂਰੀ ਖਬਰ। ਧੜਾ-ਧੜ ਰੱਦ ਹੋ ਰਹੇ ਨੇ ਵੀਜ਼ਾ। ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਵਿਰੁੱਧ ਰਾਜ ਧਰੋਹ ਦਾ ਮੁਕੱਦਮਾ ਚਲਾਇਆ ਜਾਵੇ, ਪੜਤਾਲ ਕਰ ਰਹੀ ਵਿਸ਼ੇਸ਼ ਕਮੇਟੀ ਨੇ ਦਿੱਤਾ ਬਿਆਨ। ਕੈਨੇਡਾ ਦੇ ਵੌਨ ਸ਼ਹਿਰ ਵਿੱਚ ਗੋਲੀਬਾਰੀ ਕਰਨ ਵਾਲੇ ਦੀ ਹੋਈ ਸ਼ਨਾਖਤ। ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਕਿਫਾਇਤੀ ਤੇ ਆਰਾਮਦਾਇਕ ਵੋਲਵੋ ਬੱਸ ਸਰਵਿਸ ਚੱਲ ਰਹੀ ਹੈ। 15 ਜੂਨ ਤੋਂ ਲੈ ਕੇ 3 ਨਵੰਬਰ ਤੱਕ 72,378 ਸਵਾਰੀਆਂ ਨੇ ਕੀਤਾ ਸਫ਼ਰ। ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਸ਼ਕਤੀਸ਼ਾਲੀ ਭੂਚਾਲ ਕਾਰਨ ਮਕਾਨਾਂ ਨੂੰ ਨੁਕਸਾਨ ਤੇ ਬਿਜਲੀ ਹੋਈ ਗੁੱਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਸਾਲ ਸਾਰੇ ਰਿਕਾਰਡ ਮਾਤ ਕਰਦਿਆਂ ਨਵੰਬਰ ਦੇ ਅੰਤ ਤੱਕ 48 ਲੱਖ ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ। ਇਹ ਅੰਕੜਾ ਪਿਛਲੇ ਸਾਲ ਨਵੰਬਰ ਤੱਕ ਨਿਪਟਾਈਆਂ ਅਰਜ਼ੀਆਂ ਤੋਂ ਤਕਰੀਬਨ ਦੁੱਗਣਾ ਬਣਦਾ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਫਰੇਜ਼ਰ ਨੇ ਦੱਸਿਆ ਕਿ ਇਸ ਪ੍ਰਾਪਤੀ ਸਦਕਾ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ 26 ਲੱਖ ਤੋਂ ਘਟ ਕੇ 21 ਲੱਖ ਤੇ ਆ ਗਿਆ ਹੈ। ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕੈਨੇਡੀਅਨ ਪਾਸਪੋਰਟ ਧਾਰਕਾਂ ਦੇ ਲਈ ਈ-ਵੀਜ਼ਾ ਸਹੂਲਤ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਓਟਾਵਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ, ਕੈਨੇਡੀਅਨ ਪਾਸਪੋਰਟ ਧਾਰਕਾਂ ਦੇ ਲਈ ਈ-ਵੀਜ਼ਾ ਸਹੂਲਤ 20 ਦਸੰਬਰ 2022 ਤੋਂ ਬਹਾਲ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕੈਨੇਡੀਅਨ ਪਾਸਪੋਰਟ ਧਾਰਕ ਜੋ ਟੂਰਿਜ਼ਮ, ਕਾਰੋਬਾਰ, ਮੈਡੀਕਲ ਜਾਂ ਕਾਨਫਰੰਸ ਦੇ ਉਦੇਸ਼ਾਂ ਦੇ ਲਈ ਭਾਰਤ ਆਉਣਾ ਚਾਹੁੰਦੇ ਨੇ, ਉਹ ਈ-ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਨੇ ਤੇ ਇਸ ਵਿੱਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰ ਸਕਦੇ ਨੇ। ਹਾਈ ਕਮਿਸ਼ਨ ਨੇ ਕਿਹਾ ਕਿ ਕੈਨੇਡੀਅਨ ਪਾਸਪੋਰਟ ਧਾਰਕ ਜੋ ਕਿਸੇ ਵੀ ਉਦੇਸ਼ ਦੇ ਲਈ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਨੇ, ਜੋ ਈ-ਵੀਜ਼ਾ ਦੇ ਲਈ ਯੋਗ ਨਹੀਂ ਹਨ, ਉਹ ਕਾਗਜ਼ੀ ਵੀਜ਼ਾ ਦੇ ਲਈ ਅਰਜ਼ੀ ਦੇ ਸਕਦੇ ਨੇ। ਉਹਨਾਂ ਨੇ ਕਿਹਾ ਕਿ ਇਸ ਦੇ ਲਈ ਇੱਕ ਹੀ ਪ੍ਰਕਿਰਿਆ ਲਾਇਸੈਂਸ, ਪਾਸ, ਯਾਤਰਾ ਦਸਤਾਵੇਜ਼ ਧਾਰਕਾਂ ਦੇ ਲਈ ਲਾਗੂ ਹੁੰਦੀ ਹੈ। ਇਸ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੈਨੇਡਾ ਦੇ ਵਿੱਚ ਵੱਖ-ਵੱਖ BLS ਕੇਂਦਰਾਂ ਰਾਹੀਂ ਵੀਜ਼ਾ ਲਈ ਅਰਜ਼ੀ ਦਿੱਤੀ ਹੈ, ਉਹਨਾਂ ਨੂੰ ਇਸ ਤੇ ਜਾਰੀ ਹੋਣ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਭਾਰਤੀ ਹਾਈ ਕਮਿਸ਼ਨ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਅਰਜ਼ੀਆਂ ਤੇ ਪਹਿਲਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ। ਬਿਨੈਕਾਰ ਜੋ ਆਪਣੀਆਂ ਸੰਬੰਧਿਤ ਵੀਜ਼ਾ ਅਰਜ਼ੀਆਂ ਵਾਪਸ ਲੈਣਾ ਚਾਹੁੰਦੇ ਨੇ, ਉਹ ਵਾਪਸ ਲੈਣ ਦੀ ਅਰਜ਼ੀ ਤੇ ਕਲਿੱਕ ਕਰਕੇ ਆਪਸ਼ਨ ਦੀ ਚੋਣ ਕਰਕੇ ਅਜਿਹਾ ਕਰ ਸਕਦੇ ਨੇ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੈਨੇਡਾ ਦੇ BLS ਕੇਂਦਰਾਂ ਤੇ ਟੂਰਿਸਟ, ਬਿਜ਼ਨਸ, ਮੈਡੀਕਲ ਜਾਂ ਕਨਵੈਨਸ਼ਨ ਵੀਜ਼ਾ ਦੇ ਲਈ ਅਪਲਾਈ ਕਰਨ ਦੇ ਲਈ ਅਪਾਇੰਟਮੈਂਟਸ ਬੁੱਕ ਕੀਤੀਆਂ ਨੇ ਤੇ ਹੁਣ ਇਸ ਦੀ ਬਜਾਏ ਈ-ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਆਪਣਾ ਅਪਾਇੰਟਮੈਂਟ ਸਲੋਟ ਖਾਲੀ ਰੱਦ ਕਰ ਦੇਣ ਤਾਂ ਜੋ ਹੋਰ ਲੋਕ ਵੀਜ਼ਾ ਲੈ ਸਕਣ। ਦੱਸ ਦਈਏ ਕਿ ਪਿਛਲੇ ਮਹੀਨੇ ਕੌਂਸਲਰ ਵੀਜ਼ਾ ਅਤੇ ਅਪਲਾਈ ਕਾਨੂੰਨੀ ਸਹਾਇਤਾ ਸਹਿਯੋਗ ਬਾਰੇ ਚਰਚਾ ਕਰਨ ਦੇ ਲਈ ਭਾਰਤ ਕੈਨੇਡਾ ਕੌਂਸਲਰ ਵਾਰਤਾਲਾਪ ਆਯੋਜਿਤ ਕੀਤੀ ਗਈ ਸੀ। ਕੌਂਸਲਰ ਵਾਰਤਾ ਵਿੱਚ ਭਾਰਤੀ ਪੱਖ ਨੇ ਕੌਂਸਲਰ ਅਤੇ ਵੀਜ਼ਾ ਮੁੱਦੇ ਉਠਾਏ, ਜਿਸ ਵਿੱਚ ਕੈਨੇਡੀਅਨ ਵੀਜ਼ਾ ਤੇ ਵਰਕ ਪਰਮਿਟ ਹਾਸਲ ਕਰਨ ਤੇ ਲੱਗੀਆਂ ਸਮੱਸਿਆਵਾਂ ਦਾ ਸਮਾਂ ਸ਼ਾਮਲ ਰਿਹਾ। ਦੋਵਾਂ ਧਿਰਾਂ ਨੇ ਵੀਜ਼ਾ ਦੇਰੀ ਨੂੰ ਘਟਾਉਣ ਸਮੇਤ ਨਾਗਰਿਕ ਕੇਂਦਰਿਤ ਮੁੱਦਿਆਂ ਤੇ ਹੱਲ ਦੇ ਲਈ ਕੰਮ ਕਰਨਾ ਜਾਰੀ ਰੱਖਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ ਪ੍ਰਦਾਨ ਰਾਹੀਂ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟਾਈ। ਸੰਯੁਕਤ ਅਰਬ ਅਮੀਰਾਤ ਯਾਨੀ ਕਿ ਸਾਊਦੀ ਅਰਬ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਇਸ ਦੇਸ਼ ਦੀ ਯਾਤਰਾ ਦੇ ਲਈ ਪਾਸਪੋਰਟ ਅਤੇ ਟਿਕਟ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ UAE ਦੇ ਆਬੂ ਧਾਬੀ ਹਵਾਈ ਅੱਡੇ ਤੇ ਬਾਇਓਮੈਟ੍ਰਿਕ ਸੇਵਾ ਸ਼ੁਰੂ ਕੀਤੀ ਹੈ, ਜਿਸ ਤਹਿਤ ਹੁਣ ਕਿਸੇ ਪਾਸਪੋਰਟ ਜਾਂ ਟਿਕਟ ਦੀ ਲੋੜ ਨਹੀਂ ਹੋਏਗੀ ਅਤੇ ਹਰ ਯਾਤਰੀ ਦੇ ਬੋਰਡਿੰਗ ਪਾਸ ਤੇ ਉਸ ਦਾ ਚਿਹਰਾ ਹੋਏਗਾ। ਹੁਣ ਇਸ ਨਵੀਂ ਸਹੂਲਤ ਦੇ ਜ਼ਰੀਏ ਯਾਤਰੀ 에ਅਰਪੋਰਟ ਤੇ ਬੋਰਡਿੰਗ ਪਾਸ ਲੈਣ ਦੇ ਲਈ ਆਪਣੇ ਚਿਹਰੇ ਦੀ ਵਰਤੋਂ ਕਰ ਸਕਦੇ ਨੇ, ਕਿਉਂਕਿ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵਿੱਚ ਵਿਅਕਤੀ ਦੀ ਪਛਾਣ ਉਸਦੇ ਚਿਹਰੇ, ਅੱਖਾਂ ਜਾਂ ਅੰਗੂਠੇ ਤੋਂ ਕੀਤੀ ਜਾਂਦੀ ਹੈ। ਚਿਹਰੇ ਦੀ ਪਛਾਣ ਸੇਵਾਵਾਂ ਨੂੰ ਚੋਣਵੇਂ ਸੈਲਫ ਸਰਵਿਸ ਬੈਗੇਜ ਟੱਚ ਪੁਆਇੰਟਾਂ, ਇਮੀਗ੍ਰੇਸ਼ਨ ਈ-ਗੇਟਸ ਅਤੇ ਬੋਰਡਿੰਗ ਗੇਟਾਂ ਤੇ ਲਾਗੂ ਕੀਤਾ ਜਾਏਗਾ।
ਅਤੇ ਫਿਰ ਹਵਾਈ ਅੱਡੇ ਦੇ ਸਾਰੇ ਯਾਤਰੀ ਟੱਚ ਪੁਆਇੰਟ ਤੇ ਲਾਗੂ ਕੀਤਾ ਜਾਏਗਾ। ਇਸ ਐਡਵਾਂਸ AI ਟੈਕਨੋਲੋਜੀ ਨੂੰ ਆਬੂ ਤਾਬੂ ਸਥਿਤ ਤਕਨੀਕੀ ਕੰਪਨੀ ਨੈਕਸਟ 50 ਦੁਆਰਾ ਡਿਜ਼ਾਈਨ ਕੀਤਾ ਗਿਆ। ਕੰਪਨੀ UAE ਦੇ ਆਬੂ ਤਾਬੂ ਹਵਾਈ ਅੱਡੇ ਤੇ ਗਲੋਬਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਟੈਕਨੋਲੋਜੀ ਹੱਲ ਸਾਂਝੇਦਾਰ ਇਡੇਮੀਆ ਅਤੇ ਸੀਟਾ ਦੇ ਨਾਲ ਆਪਣੀ ਅਤ ਆਧੁਨਿਕ AI ਟੈਕਨੋਲੋਜੀ ਪੇਸ਼ ਕਰੇਗੀ। ਬਰਤਾਨੀਆ ਸਰਕਾਰ ਦਾ ਗੈਰ ਕਾਨੂੰਨੀ ਢੰਗ ਨਾਲ ਸਮੁੰਦਰੀ ਰਸਤੇ ਰਾਹੀਂ UK ਦਾਖਲ ਹੋਣ ਵਾਲੇ ਲੋਕਾਂ ਨੂੰ ਰਵਾਂਡਾ ਭੇਜਣ ਦਾ ਰਾਹ ਖੁੱਲ੍ਹ ਗਿਆ। ਬੀਤੇ ਕੱਲ੍ਹ ਲੰਡਨ ਹਾਈ ਕੋਰਟ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਆਧਾਰ ਬਣਾ ਕੇ ਬਰਤਾਨਵੀ ਸਰਕਾਰ ਦੇ ਉਕਤ ਫੈਸਲੇ ਨੂੰ ਦਿੱਤੀ ਚੁਣੌਤੀ ਨੂੰ ਠੁਕਰਾ ਦਿੱਤਾ ਹੈ। 14 ਜੂਨ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਉਡਾਣ ਰਵਾਂਡਾ ਲਈ ਰਵਾਨਾ ਹੋਣ ਵਾਲੀ ਸੀ, ਜਿਸ ਉਡਾਣ ਨੂੰ ਯੂਰਪੀ ਅਦਾਲਤ ਦੇ ਫੈਸਲੇ ਤੋਂ ਬਾਅਦ ਰੋਕ ਲਿਆ ਗਿਆ। ਲੰਡਨ ਹਾਈ ਕੋਰਟ ਦੇ ਸੀਨੀਅਰ ਜੱਜਾਂ ਲਾਰਡ ਜਸਟਿਸ ਲਿਊਇਸ ਅਤੇ ਜਸਟਿਸ ਸਵਿਫਟ ਨੇ ਸਰਕਾਰ ਦੀ ਉਕਤ ਨੀਤੀ ਵਿਰੁੱਧ ਚੁਣੌਤੀ ਨੂੰ ਠੁਕਰਾ ਦਿੱਤਾ, ਪਰ ਨਾਲ ਹੀ 8 ਸ਼ਰਨਾਰਥੀਆਂ ਦੇ ਹੱਕ ਵਿੱਚ ਫੈਸਲਾ ਦਿੰਦਿਆਂ ਕਿਹਾ ਹੈ ਕਿ ਸਰਕਾਰ ਨੇ ਵਿਅਕਤੀਗਤ ਮਾਮਲਿਆਂ 'ਚ ਗਲਤ ਕੰਮ ਕੀਤਾ। ਜੱਜਾਂ ਦੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ 8 ਸ਼ਰਨਾਰਥੀਆਂ ਬਾਰੇ ਫੈਸਲੇ ਲੈਣ ਲੱਗਿਆਂ ਸਰਕਾਰ ਨੂੰ ਹਾਲਾਤ ਨੂੰ ਚੰਗੀ ਤਰ੍ਹਾਂ ਵਿਚਾਰਿਆ ਨਹੀਂ ਔਰ ਉਕਤ ਫੈਸਲੇ ਤੋਂ ਬਾਅਦ ਗ੍ਰਹਿ ਮੰਤਰੀ ਸੁਐਲਾ ਨੇ ਕਿਹਾ ਕਿ ਦੇਸ਼ ਨਿਕਾਲਾ ਦੇ ਕੇ ਰਵਾਂਡਾ ਭੇਜਣਾ ਕੋਈ ਸਜ਼ਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਨੀਤੀ ਛੋਟੀਆਂ ਕਿਸ਼ਤੀਆਂ ਰਾਹੀਂ ਆਉਣ ਵਾਲੇ ਲੋਕਾਂ ਨੂੰ ਰੋਕੇਗੀ। ਉਹਨਾਂ ਨੇ ਕਿਹਾ ਕਿ ਅਜੇ ਇਸ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਦੀ ਤਾਰੀਖ ਨਹੀਂ ਦਿੱਤੀ ਜਾ ਸਕਦੀ, ਪਰ ਇਸ ਤੋਂ ਪਹਿਲਾਂ ਕੁਝ ਰਹਿੰਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਏਗਾ। ਦੂਜੇ ਪਾਸੇ ਸਰਕਾਰ ਦੇ ਉਕਤ ਫੈਸਲੇ ਦੀ ਮਨੁੱਖੀ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੇ ਲੋਕਾਂ ਵੱਲੋਂ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਕੋਵਿਡ ਯਾਤਰਾ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਮੁੱਖ ਤੌਰ ਤੇ ਪੰਜਾਬ ਤੋਂ ਉੱਚ ਪੜ੍ਹਾਈ ਕਰਨ ਦੇ ਲਈ ਕੈਨੇਡਾ, UK ਅਤੇ USA ਵਾਂਗ ਆਸਟ੍ਰੇਲੀਆ ਵੀ ਭਾਰਤੀ ਵਿਦਿਆਰਥੀਆਂ ਦੀ ਸਿਖਰਲੀ ਸੂਚੀ 'ਚ ਹੈ। ਪਿਛਲੇ 1 ਸਾਲ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀਜ਼ਾ ਦੇ ਲਈ ਅਰਜ਼ੀਆਂ ਦੇ ਰਹੇ ਨੇ, ਪਰ ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਸ਼ੁਰੂਆਤੀ ਚੰਗੇ ਹੁੰਗਾਰੇ ਤੋਂ ਬਾਅਦ ਬਿਨਾਂ ਕਿਸੇ ਤੁਕ ਜਾਂ ਕਾਰਨ ਦੇ ਅਰਜ਼ੀਆਂ ਨੂੰ ਰੱਦ ਵੀ ਕਰ ਰਿਹਾ। ਹੁਣ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਆਸਟ੍ਰੇਲੀਅਨ ਅਧਿਕਾਰੀ ਅਪਾਰਦਰਸ਼ੀ ਅਤੇ ਗੈਰ ਪਾਰਦਰਸ਼ੀ ਪ੍ਰਣਾਲੀ ਅਪਣਾ ਕੇ ਵਿਦਿਆਰਥੀ ਵੀਜ਼ਾ ਰੱਦ ਕਰ ਰਹੇ ਨੇ। ਆਸਟ੍ਰੇਲੀਅਨ ਸਰਕਾਰ ਵਿਦਿਆਰਥੀਆਂ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਆਗਿਆ ਦਿੰਦੀ ਹੈ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ 2 ਤੋਂ 4 ਸਾਲਾਂ ਦੇ ਲਈ ਕੰਮ ਕਰਨ ਦੀ ਆਗਿਆ ਵੀ ਦਿੱਤੀ ਜਾਂਦੀ ਹੈ। ਪਰਮਨੈਂਟ ਰੈਜ਼ੀਡੈਂਸੀ ਦੇ ਲਈ ਵਿਕਲਪ ਉਪਲਬਧ ਨੇ ਅਤੇ ਚਾਹਵਾਨ ਵਿਦਿਆਰਥੀ ਅਜਿਹੀਆਂ ਅਨੁਕੂਲ ਸਹੂਲਤਾਂ ਨੂੰ ਪਸੰਦ ਕਰਦੇ ਨੇ। ਹੁਣ ਮਾਹਿਰਾਂ ਨੇ ਕਿਹਾ ਹੈ ਕਿ ਹਾਲਾਂਕਿ ਆਸਟ੍ਰੇਲੀਆ, UK ਅਤੇ ਕੈਨੇਡਾ ਵਿੱਚ ਪੜ੍ਹਾਈ ਦੇ ਖਰਚੇ ਲਗਭਗ ਇੱਕੋ ਜਿਹੇ ਨੇ, ਜਦਕਿ ਦੂਜੇ ਦੇਸ਼ਾਂ ਦੇ ਵਿੱਚ 1 ਸਾਲ ਦੀ ਐਡਵਾਂਸ ਫੀਸ ਅਤੇ 1 ਸਾਲ ਦੇ ਰਹਿਣ ਦੇ ਖਰਚੇ ਦਾ ਭੁਗਤਾਨ ਕਰਨਾ ਪੈਂਦਾ ਹੈ। ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀਆਂ ਨੂੰ 1 ਸਮੈਸਟਰ ਦੀ ਫੀਸ ਪਹਿਲਾਂ ਅਦਾ ਕਰਨਾ ਪੈਂਦੀ ਹੈ ਤੇ ਰਹਿਣ ਦੇ ਖਰਚਿਆਂ ਦੇ ਲਈ ਉਹਨਾਂ ਨੂੰ ਅਗਾਊਂ ਭੁਗਤਾਨ ਕਰਨ ਦੀ ਬਜਾਏ ਆਪਣੇ ਸੰਬੰਧਿਤ ਖਾਤਿਆਂ ਦੇ ਵਿੱਚ ਫੰਡ ਦਿਖਾਉਣ ਦੀ ਲੋੜ ਹੁੰਦੀ ਹੈ। ਆਸਟ੍ਰੇਲੀਆ ਵਿਦਿਆਰਥੀ ਵੀਜ਼ਾ ਦੇ ਲਈ IELTS ਦੇ ਹਰੇਕ ਮੋਡਿਊਲ ਵਿੱਚ 5.5 ਬੈਂਡ ਅਤੇ ਆਰਟਸ, ਬਿਜ਼ਨਸ, ਇੰਜੀਨੀਅਰਿੰਗ ਵਿੱਚ ਸਰਟੀਫਿਕੇਟ ਅਤੇ ਡਿਪਲੋਮਾ ਦੇ ਲਈ ਕੁੱਲ 6 ਬੈਂਡਾਂ ਦੀ ਲੋੜ ਹੁੰਦੀ ਹੈ ਅਤੇ ਜ਼ਿਆਦਾਤਰ ਵਿਦਿਆਰਥੀ ਅਜਿਹੇ ਕੋਰਸਾਂ ਦੀ ਹੀ ਚੋਣ ਕਰਦੇ ਨੇ। ਇੱਕ ਮਾਹਿਰ ਨੇ ਕਿਹਾ ਕਿ ਬੈਚਲਰ ਅਤੇ ਮਾਸਟਰ ਡਿਗਰੀ ਦੇ ਲਈ 6 ਤੋਂ 6.5 ਬੈਂਡ ਦੀ ਵੀ ਲੋੜ ਹੁੰਦੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ। ਕੈਪੀਟਲ ਹਿੱਲ ਉੱਪਰ ਹਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਕਮੇਟੀ ਵੱਲੋਂ ਟਰੰਪ ਨੂੰ ਦੋਸ਼ੀ ਕਰਾਰ ਦਿੰਦਿਆਂ ਰਾਜ ਧਰੋਹ ਦਾ ਮੁਕੱਦਮਾ ਚਲਾਉਣ ਦੀ ਸਿਫਾਰਿਸ਼ ਕੀਤੀ ਹੈ। ਉਧਰ ਡੋਨਾਲਡ ਟਰੰਪ ਨੇ ਵਿਸ਼ੇਸ਼ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਫਰਜ਼ੀ ਕਰਾਰ ਦਿੱਤਾ। ਕਮੇਟੀ ਨੇ ਸੋਮਵਾਰ ਨੂੰ 154 ਸਫ਼ਿਆਂ ਦੀ ਰਿਪੋਰਟ ਦਾਖਲ ਕਰ ਦਿੱਤੀ, ਜਿਸ ਵਿੱਚ 1000 ਤੋਂ ਵੱਧ ਚਸ਼ਮਦੀਦਾਂ ਦੇ ਬਿਆਨ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ। ਕੈਨੇਡਾ ਦੇ ਵੌਨ ਸ਼ਹਿਰ ਵਿੱਚ 5 ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੀ ਪਛਾਣ 73 ਸਾਲ ਦੇ ਫ੍ਰਾਂਸਿਸਕੋ ਵਿਲੀ ਵਜੋਂ ਕੀਤੀ ਗਈ ਹੈ, ਜਿਸ ਨੇ ਸੰਭਾਵਤ ਤੌਰ ਤੇ ਖੌਂਡ ਬੋਰਡ ਦੇ 3 ਮੈਂਬਰਾਂ ਨਾਲ ਪੁਰਾਣੀ ਰੰਜਿਸ਼ ਤਹਿਤ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਗੋਲੀ ਨਾਲ ਮਾਰੇ ਜਾਣ ਤੋਂ ਪਹਿਲਾਂ ਫ੍ਰਾਂਸਿਸਕੋ ਵਿਲੀ ਨੇ 3 ਅਪਾਰਟਮੈਂਟਸ ਵਿੱਚ ਗੋਲੀਬਾਰੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਸ਼ੁਰੂ ਕੀਤੀ ਗਈ ਕਿਫਾਇਤੀ ਵੋਲਵੋ ਬੱਸ ਸੇਵਾ ਦਾ ਹੁਣ ਤੱਕ 72,378 ਸਵਾਰੀਆਂ ਲਾਹਾ ਲੈ ਚੁੱਕੀਆਂ ਨੇ, ਜਿਸ ਤੋਂ ਸੂਬਾ ਸਰਕਾਰ ਨੂੰ ਲਗਭਗ 13.99 ਕਰੋੜ ਰੁਪਏ ਦੀ ਆਮਦਨ ਹੋਈ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 15 ਜੂਨ ਨੂੰ ਪੰਜਾਬ ਤੋਂ ਬੱਸ ਸੇਵਾ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੀ। ਉਦੋਂ ਤੋਂ ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੀਆਂ 25 ਵੋਲਵੋ ਬੱਸਾਂ ਰੋਜ਼ਾਨਾ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ,
ਜਲੰਧਰ, ਪਟਿਆਲਾ, ਨਵਾਂ ਸ਼ਹਿਰ, ਰੋਪੜ, ਮੋਗਾ ਅਤੇ ਚੰਡੀਗੜ੍ਹ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਚੱਲ ਰਹੀਆਂ ਨੇ। ਕੈਬਨਿਟ ਮੰਤਰੀ ਨੇ ਦੱਸਿਆ ਕਿ 15 ਜੂਨ ਤੋਂ ਲੈ ਕੇ 3 ਨਵੰਬਰ ਤੱਕ ਪੀਆਰਟੀਸੀ ਦੀਆਂ ਵੋਲਵੋ ਬੱਸਾਂ ਦੇ ਵਿੱਚ 24,302 ਸਵਾਰੀਆਂ ਨੇ ਸਫ਼ਰ ਦਾ ਆਨੰਦ ਲਿਆ, ਜਦਕਿ ਪੰਜਾਬ ਰੋਡਵੇਜ਼ ਪਨਬਸ ਦੀਆਂ ਵੋਲਵੋ ਬੱਸਾਂ ਦੇ ਵਿੱਚ 48,076 ਯਾਤਰੀਆਂ ਨੇ ਸਫ਼ਰ ਕੀਤਾ। ਇਸ ਅਰਸੇ ਦੇ ਦੌਰਾਨ ਇਸ ਰੂਟ ਤੇ ਸਰਕਾਰ ਨੇ 13.99 ਕਰੋੜ ਰੁਪਏ ਦੀ ਆਮਦਨ ਜੁਟਾਈ ਹੈ। ਉਹਨਾਂ ਨੇ ਦੱਸਿਆ ਕਿ ਪੀਆਰਟੀਸੀ ਨੂੰ 2,64,26,775 ਰੁਪਏ ਦੀ ਆਮਦਨ ਹੋਈ ਹੈ ਅਤੇ ਪੰਜਾਬ ਰੋਡਵੇਜ਼ ਪਨਬਸ ਨੇ 11,24,85,155 ਰੁਪਏ ਕਮਾਏ। ਉਹਨਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਦੇ ਵਿੱਚ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਕੀਮਤਾਂ ਤੇ ਆਰਾਮਦਾਇਕ ਅਤੇ ਆਲੀਸ਼ਾਨ ਯਾਤਰਾ ਦੀ ਸਹੂਲਤ ਮਿਲ ਰਹੀ ਹੈ। ਇਹਨਾਂ ਵੋਲਵੋ ਬੱਸਾਂ ਨੇ ਨਿੱਜੀ ਟਰਾਂਸਪੋਰਟਰਾਂ ਦੀ ਆਜ਼ਾਦਾਰੀ ਬਿਲਕੁਲ ਖਤਮ ਕਰ ਦਿੱਤੀ ਹੈ। ट्रांसपोर्ट मंत्री ने कहा कि दहाकियां तो इस रूट ते केवल प्राइवेट ट्रांसपोर्टां वल्लों ही जिहड़े प्राइवेट ट्रांसपोर्टर ने उन्हां वल्लों ही बसां अपणियां चलाईयां जा रहीआं सी, जो वध किराया वसूल के लोकां दा निरंतर शोषण कर रहे सी। उन्होंने कहा कि सरकारी बसां नूं एयरपोर्ट लई ना चलाउण वास्ते बीते समय दी कांग्रेस अते अकाली सरकारां सिद्धे तौर ते जिम्मेवार ने। उत्तरी कैलीफोर्निया के तट ते मंगलवार नूं 6.4 की तीव्रता का शक्तिशाली भूचाल आया, जिस कारण 2 लोगों की मौत हो गई और घट्टो घट्ट 12 लोग जख्मी हो गए। भूचाल इन्ना जबरदस्त सी कि घरां दीयां खिड़कियां चकनाचूर हो गईयां, मकानां दीयां नीहां हिल गईयां अते पेंडू खेतरां दे करीब 60,000 घरां अते वपारक अदारियां दी बिजली गुल हो गई है। भूचाल की तीव्रता 6.4 मापी गई ਅਤੇ ਸੈਨ ਫਰਾਂਸਿਸਕੋ ਤੋਂ ਲਗਭਗ 345 ਕਿਲੋਮੀਟਰ ਉੱਤਰ ਪੱਛਮ ਵਿੱਚ ਸਥਿਤ ਇੱਕ ਛੋਟੇ ਜਿਹੇ ਭਾਈਚਾਰੇ ਫਰਨਡੇਲ ਦੇ ਨੇੜੇ ਸਵੇਰੇ 2:34 ਤੇ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 16 ਕਿਲੋਮੀਟਰ ਦੀ ਡੂੰਘਾਈ ਤੇ ਸਥਿਤ ਸੀ। ਇਸ ਤੋਂ ਬਾਅਦ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਖੇਤਰ ਦੇ ਇੱਕ ਨਿਵਾਸੀ ਅਰਸੇਲੀ ਨੇ ਦੱਸਿਆ ਕਿ ਤੁਸੀਂ ਫਰਸ਼ ਅਤੇ ਕੰਧਾਂ ਨੂੰ ਹਿਲਦੇ ਦੇਖ ਸਕਦੇ ਹੋ। ਹੰਬੋਲਟ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਦੱਸਿਆ ਕਿ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 83 ਅਤੇ 72 ਸਾਲ ਦੀ ਉਮਰ ਦੇ 2 ਵਿਅਕਤੀਆਂ ਦੀ ਸਮੇਂ ਸਿਰ ਡਾਕਟਰੀ ਦੇਖਭਾਲ ਦੀ ਘਾਟ ਕਾਰਨ ਭੂਚਾਲ ਤੋਂ ਬਾਅਦ ਮੌਤ ਵੀ ਹੋ ਗਈ ਹੈ। ਅਮਰੀਕਾ ਵਿਖੇ ਨਿਊਯਾਰਕ ਦੇ 2 ਪੁਰਸ਼ਾਂ ਜਿਨ੍ਹਾਂ ਦੇ ਨਾਂ ਡੈਨੀਅਲ ਅਬਾਯਾਵ ਅਤੇ ਪੀਟਰ ਲੈਮੈਨ ਨੇ ਕਥਿਤ ਤੌਰ ਤੇ ਜ਼ਾਫਕੇ ਦੇ ਟੈਕਸੀ ਡਿਸਪੈਚ ਦੇ ਸਿਸਟਮ ਨੂੰ ਤੋੜਨ ਦੇ ਲਈ ਰੂਸੀ ਹੈਕਰਾਂ ਨਾਲ ਕੰਮ ਕੀਤਾ ਤਾਂ ਜੋ ਲਾਈਨ ਨੂੰ ਕੱਟਣ ਦੇ ਲਈ ਕੈਬੀਜ਼ ਨੂੰ ਚਾਰ ਕਰ ਸਕਣ। टैक्सी ड्राइवरां नूं आम तौर ते किराए लई घंटिਆਂ ਦਾ इंतजार करना पैंदा, पर जे ਉਹ बचाव पक्ष ਨੂੰ $10 ਦਾ ਭੁਗਤਾਨ ਕਰਦੇ ਨੇ ਤਾਂ ਉਹ ਕਤਾਰ ਨੂੰ ਛੱਡਣ ਦੇ ਯੋਗ ਸਨ। ਸੰਘੀ ਵਕੀਲਾਂ ਨੇ ਇਹ ਦੋਸ਼ ਲਗਾਇਆ। ਅਵਾਇਵ ਅਤੇ ਲੈਮੈਨ ਨੂੰ ਕੰਪਿਊਟਰ ਦੀ ਘੁਸਪੈਠ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਫੈਡਰਲ ਪ੍ਰੋਸੀਕਿਊਟਰਾਂ ਨੇ ਬੀਤੇ ਦਿਨ ਮੰਗਲਵਾਰ ਨੂੰ ਕਿਹਾ ਕਿ ਨਿਊਯਾਰਕ ਦੇ ਇਹਨਾਂ 2 ਵਿਅਕਤੀਆਂ ਨੂੰ ਜੌਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਟੈਕਸੀ ਡਿਸਪੈਚ ਸਿਸਟਮ ਨੂੰ ਹੈਕ ਕਰਨ ਦੇ ਲਈ ਰੂਸੀ ਨਾਗਰਿਕਾਂ ਨਾਲ ਸਾਜ਼ਿਸ਼ ਰਚਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਉਹ ਲਾਈਨ ਵਿੱਚ ਹੇਰਾਫੇਰੀ ਕਰ ਸਕਣ ਅਤੇ ਕਤਾਰ ਦੇ ਸਾਹਮਣੇ ਤੱਕ ਪਹੁੰਚਣ ਦੇ ਲਈ ਡਰਾਈਵਰਾਂ ਨੂੰ ਚਾਰਜ ਕਰ ਸਕਣ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਵਕੀਲਾਂ ਨੇ ਘੋਸ਼ਣਾ ਕੀਤੀ ਹੈ ਕਿ ਡੈਨੀਅਲ ਅਵਾਇਵ ਅਤੇ ਪੀਟਰ ਲੈਮੈਨ ਦੋਵੇਂ 48 ਸਾਲ ਦੇ ਨੇ ਨੂੰ ਲੰਘੇ ਮੰਗਲਵਾਰ ਨੂੰ ਸਵੇਰੇ ਕੁਈਨਜ਼ ਨਿਊਯਾਰਕ ਦੀ ਜੇਲ੍ਹ ਦੀ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਕੰਪਿਊਟਰ ਘੁਸਪੈਠ ਕਰਨ ਦੀ ਸਾਜ਼ਿਸ਼ ਵਿੱਚ 2 ਮਾਮਲਿਆਂ 'ਚ ਦੋਸ਼ ਲਗਾਏ ਗਏ ਨੇ। ਸੰਨ 2019 ਦੀ ਸ਼ੁਰੂਆਤ ਵਿੱਚ ਦੋਵਾਂ ਨੇ ਕਥਿਤ ਤੌਰ ਤੇ ਰੂਸ ਵਿੱਚ ਸਥਿਤ ਹੈਕਰਾਂ ਨਾਲ ਜ਼ੈਫਕੇ ਤੇ ਟੈਕਸੀ ਡਿਸਪੈਚ ਸਿਸਟਮ ਵਿੱਚ ਘੁਸਪੈਠ ਕਰਨ ਦੇ ਲਈ ਕਿਸੇ ਨੂੰ ਸਿਸਟਮ ਨਾਲ ਜੁੜੇ ਕੰਪਿਊਟਰਾਂ ਤੇ ਮਾਲਵੇਅਰ ਸਥਾਪਿਤ ਕਰਨ ਦੇ ਲਈ ਰਿਸ਼ਵਤ ਦੇ ਕੇ ਕੰਪਿਊਟਰ ਟੈਬਲੇਟਾਂ ਨੂੰ ਚੋਰੀ ਕਰਨ ਅਤੇ ਤੋੜਨ ਦੇ ਲਈ ਵਾਈਫਾਈ ਦੀ ਵਰਤੋਂ ਕਰਨ ਦੇ ਲਈ ਕੰਮ ਕੀਤਾ। ਆਯਾਬ ਨੇ ਕਥਿਤ ਤੌਰ ਤੇ ਨਵੰਬਰ 2019 ਵਿੱਚ ਇੱਕ ਹੈਕਰ ਨੂੰ ਟੈਕਸਟ ਕੀਤਾ ਕਿ ਮੈਂ ਜਾਣਦਾ ਹਾਂ ਕਿ ਪੈਂਟਾਗਨ ਨੂੰ ਹੈਕ ਕੀਤਾ ਜਾ ਰਿਹਾ। ਉਸ ਦੇ ਵਿਰੁੱਧ ਦੋਸ਼ਾਂ ਦੇ ਅਨੁਸਾਰ ਇੱਕ ਵਾਰ ਹੈਕਰਾਂ ਨੇ ਡਿਸਪੈਚ ਸਿਸਟਮ ਤੱਕ ਸਫਲਤਾਪੂਰਵਕ ਪਹੁੰਚ ਪ੍ਰਾਪਤ ਕਰ ਲਈ। ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਕਿ ਉਹਨਾਂ ਨੇ ਖਾਸ ਟੈਕਸੀਆਂ ਨੂੰ ਲਾਈਨ ਦੇ ਅੱਗੇ ਲਿਜਾਣ ਦੇ ਯੋਗ ਹੋ ਗਏ ਅਤੇ ਕਤਾਰ ਨੂੰ ਛੱਡਣ ਦੇ ਲਈ ਡਰਾਈਵਰਾਂ ਤੋਂ $10 ਚਾਰਜ ਕਰਨਾ ਸ਼ੁਰੂ ਕਰ ਦਿੱਤਾ। ਆਮ ਤੌਰ ਤੇ ਜ਼ੈਫਕੇ ਨੇ ਯਾਤਰੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਵਾਲੇ ਟੈਕਸੀ ਡਰਾਈਵਰ ਇੱਕ ਖਾਸ ਟਰਮੀਨਲ ਤੇ ਭੇਜੇ ਜਾਣ ਤੋਂ ਪਹਿਲਾਂ ਇੱਕ ਹੋਲਡਿੰਗ ਲੋਟ ਵਿੱਚ ਉਡੀਕ ਕਰਦੇ ਨੇ। ਇਸ ਪ੍ਰਕਿਰਿਆ ਵਿੱਚ ਘੰਟੇ ਲੱਗ ਸਕਦੇ ਨੇ ਤੇ ਉਡੀਕ ਸਮਾਂ ਇਸ ਗੱਲ ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦਾ ਹੈ ਕਿ ਇੱਕ ਟੈਕਸੀ ਡਰਾਈਵਰ ਇੱਕ ਦਿਨ ਵਿੱਚ ਕਿੰਨਾ ਪੈਸਾ ਕਮਾਉਣ ਦੇ ਯੋਗ ਹੈ। ਮੈਂਫਿਸ ਟੈਨੇਸੀ ਦੇ ਪੱਛਮ ਵਿੱਚ ਤਕਰੀਬਨ 70 ਮੀਲ ਦੂਰ ਮੋਰੋ ਦੇ ਇੱਕ ਘਰ ਵਿੱਚ 6 ਸਾਲਾ ਬੱਚੇ ਦੀ ਲਾਸ਼ ਮਿਲਣ ਉਪਰੰਤ ਬੱਚੇ ਦੀ ਮਾਂ ਤੇ ਇੱਕ ਹੋਰ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਅਰਕਨਸਾਸ ਸਟੇਟ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ 28 ਸਾਲਾ ਮਾਂ ਐਸ਼ਲੇ
ਤੇ 33 ਸਾਲਾ ਨੌਰਥਨ ਬ੍ਰਿਜ ਇਸ ਵੇਲੇ ਲੀ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਨੇ। ਦੋਨਾਂ ਦੇ ਵਿਰੁੱਧ ਫਰਸਟ ਡਿਗਰੀ ਕਤਲ ਤੋਂ ਇਲਾਵਾ ਲਾਸ਼ ਨਾਲ ਦੁਰਵਿਵਹਾਰ ਕਰਨ ਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਗਏ ਨੇ। ਇਸ ਵਾਰ ਛੁੱਟੀਆਂ ਦੌਰਾਨ ਸੈਲਾਨੀਆਂ ਉੱਪਰ ਮਹਿੰਗਾਈ ਦੀ ਮਾਰ ਪਏਗੀ ਤੇ ਉਹਨਾਂ ਨੂੰ ਆਪਣੀ ਪਸੰਦ ਦੇ ਖਾਣ ਪੀਣ ਦੇ ਸਮਾਨ ਉੱਪਰ ਵੱਧ ਖਰਚ ਕਰਨਾ ਪਏਗਾ। ਬਿਊਰੋ ਆਫ ਲੇਬਰ ਸਟੈਟਿਕਸ ਦੇ ਅੰਕੜਿਆਂ ਦੇ ਅਨੁਸਾਰ ਹਾਲਾਂਕਿ ਮਹਿੰਗਾਈ ਘਟਣੀ ਸ਼ੁਰੂ ਹੋ ਗਈ ਹੈ, ਪਰ 2021 ਦੇ ਛੁੱਟੀਆਂ ਦੇ ਸੀਜ਼ਨ ਦੀ ਤੁਲਨਾ ਦੇ ਵਿੱਚ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਕਿਤੇ ਜ਼ਿਆਦਾ ਨੇ। ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਕਰਿਆਨੇ ਦੀਆਂ ਕੀਮਤਾਂ 12% ਜ਼ਿਆਦਾ ਨੇ। ਨਵੰਬਰ 2021 ਤੋਂ ਨਵੰਬਰ 2022 ਦੇ ਦਰਮਿਆਨ ਆਟਾ 25%, ਬ੍ਰੈਡ 16%, ਕੁਕੀਜ਼ 19%, ਸਮੋਸੇ, ਕਚੋਰੀ, ਪੇਸਟਰੀ 19% ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਹਿੰਗੀਆਂ ਹੋਈਆਂ ਨੇ। ਮਾਰਕੀਟ ਰਿਸਰਚ ਫਰਮ ਡਾਟਾ ਅਸੈਂਬਲੀ ਦੀ ਇੱਕ ਰਿਪੋਰਟ ਦੇ ਅਨੁਸਾਰ ਛੁੱਟੀਆਂ ਮਨਾਉਣ ਜਾ ਰਹੇ ਪਰਿਵਾਰਾਂ ਨੂੰ ਪਿਛਲੇ ਸਾਲ ਦੀ ਤੁਲਨਾ ਵਿੱਚ ਤਕਰੀਬਨ 16% ਵੱਧ ਖਰਚਾ ਕਰਨਾ ਪਏਗਾ ਔਰ ਇਹ ਰਿਪੋਰਟ ਵੱਧ ਖਾਧੀਆਂ ਜਾਣ ਵਾਲੀਆਂ ਤੇ 13 ਵਸਤਾਂ ਦੀਆਂ ਕੀਮਤਾਂ ਉੱਪਰ ਆਧਾਰਿਤ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹੇ ਕੈਵਿਨ ਰੱਡ ਨੂੰ ਬੀਤੇ ਦਿਨ ਅਮਰੀਕਾ ਵਿੱਚ ਆਸਟ੍ਰੇਲੀਆ ਦਾ ਰਾਜਦੂਤ ਨਿਯੁਕਤ ਕੀਤਾ ਗਿਆ। ਕਿਸੇ ਸਮੇਂ ਆਸਟ੍ਰੇਲੀਆ ਲੇਬਰ ਪਾਰਟੀ ਦੇ ਮੁਖੀ ਰਹੇ ਰੈਡ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਕੂਟਨੀਤਿਕ ਸੰਬੰਧ ਹੋਰ ਵੀ ਦੋਸਤਾਨਾ ਬਣਾਉਣਗੇ ਤਾਂ ਜੋ ਕਿ ਆਸਟ੍ਰੇਲੀਆ ਵਿਸ਼ਵ ਦਾ ਮਜ਼ਬੂਤ ਮੁਲਕ ਬਣ ਸਕੇ। ਕੈਵਿਨ ਨੇ ਆਸਟ੍ਰੇਲੀਆ ਦੇ ਮੌਜੂਦਾ ਪ੍ਰਧਾਨ ਮੰਤਰੀ ਦਾ ਇਸ ਅਹੁਦੇ ਦੇ ਲਈ ਨਿਯੁਕਤੀ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਰੂਸ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਵਾਸ਼ਿੰਗਟਨ ਦਾ ਦੌਰਾ ਕਰ ਸਕਦੇ ਨੇ। ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਪਹੁੰਚ ਸਕਦੇ ਨੇ। ਇਸ ਦੌਰਾਨ ਉਹਨਾਂ ਦੇ ਅਮਰੀਕਾ ਦੀ ਰਾਜਧਾਨੀ ਪਹੁੰਚਣ ਦੀ ਵੀ ਚਰਚਾ ਰਹੀ ਹੈ। ਹਾਲਾਂਕਿ ਇਸ ਦੌਰੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨ ਦੌਰੇ ਨਾਲ ਜੁੜੀ ਯੋਜਨਾ 'ਚ ਬਦਲਾਅ ਵੀ ਹੋ ਸਕਦਾ ਸੀ। ਪੰਚਬੋਲ ਨਿਊਜ਼ ਨੇ ਇਸ ਦੌਰੇ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ। ਰਿਪੋਰਟਾਂ ਦੀ ਮੰਨੀਏ ਤਾਂ ਜ਼ੈਲੈਂਸਕੀ ਵੀ ਆਪਣੇ ਦੌਰੇ ਦੌਰਾਨ ਵਾਈਟ ਹਾਊਸ ਪਹੁੰਚ ਸਕਦੇ ਨੇ। ਪੰਚਬੋਲ ਨੇ ਰਿਪੋਰਟ ਦਿੱਤੀ ਹੈ ਕਿ ਜ਼ੈਲੈਂਸਕੀ ਨੂੰ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਦੀ ਕਾਂਗਰਸ ਲੀਡਰਸ਼ਿਪ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੁਖੀਆਂ ਨਾਲ ਵੀ ਮਿਲਣ ਦੀ ਉਮੀਦ ਸੀ। ਉਹ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰ ਸਕਦੇ ਸਨ ਅਤੇ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਨੇ ਬੁੱਧਵਾਰ ਰਾਤ ਨੂੰ ਕਿਹਾ ਕਿ ਲੋਕਤੰਤਰ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੇ ਨਾਲ ਕਾਂਗਰਸ ਦਾ ਸੈਸ਼ਨ ਹੋਏਗਾ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਸੈਸ਼ਨ ਕਿਸ ਬਾਰੇ ਹੋਏਗਾ। ਉਹਨਾਂ ਦੇ ਦਫ਼ਤਰ ਨੇ ਵੀ ਜ਼ੈਲੈਂਸਕੀ ਦੀ ਕਥਿਤ ਫੇਰੀ ਤੇ ਬੇਨਤੀ ਤੇ ਕੋਈ ਜਵਾਬ ਨਹੀਂ ਦਿੱਤਾ। ਅਮਰੀਕੀ ਪ੍ਰਤੀਨਿਧ ਮਾਰਸੀ ਕਪੂਤਰ ਔਰ ਕਾਂਗਰੈਸ਼ਨਲ ਯੂਕਰੇਨ ਕਾਕਸ ਦੀ ਸਹਿ ਪ੍ਰਧਾਨ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਜ਼ੈਲੈਂਸਕੀ ਨੂੰ ਬੁੱਧਵਾਰ ਨੂੰ ਕੈਪੀਟਲ ਵਿੱਚ ਲਿਆਉਣ ਅਤੇ ਉਹਨਾਂ ਨੂੰ ਕਾਂਗਰਸ ਨੂੰ ਸੰਬੋਧਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਪੂਰ ਨੇ ਦੱਸਿਆ ਕਿ ਇਸ ਦੌਰੇ ਦੀਆਂ ਕਿਆਸਰਾਈਆਂ ਬਾਰੇ ਦੱਸਿਆ। ਇੱਥੇ ਆ ਕੇ ਅਸੀਂ ਬਹੁਤ ਮਾਣ ਮਹਿਸੂਸ ਕਰਾਂਗੇ। ਉਹਨਾਂ ਨੂੰ ਕੈਪੀਟਲ ਵਿੱਚ ਰੱਖਣਾ ਇੱਕ ਵਧੀਆ ਤੋਹਫਾ ਹੋਏਗਾ। ਅਸੀਂ ਰੂਸ ਨਾਲ ਜੰਗ ਵਿੱਚ ਉਹਨਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਸ ਤੋਂ ਪਹਿਲਾਂ ਜ਼ੈਲੈਂਸਕੀ ਨੇ ਮੰਗਲਵਾਰ ਨੂੰ ਯੂਕਰੇਨ ਦੇ ਕਈ ਸਰਹੱਦੀ ਸ਼ਹਿਰਾਂ ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਸੈਨਿਕਾਂ ਦਾ ਹੌਸਲਾ ਵਧਾਇਆ। ਉਹਨਾਂ ਨੇ ਮੰਗਲਵਾਰ ਰਾਤ ਨੂੰ ਜਾਰੀ ਇੱਕ ਵੀਡੀਓ ਵਿੱਚ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ। ਅਰਬਪਤੀ ਐਲਨ ਮਸਕ ਬਾਰੇ ਇੱਕ ਨਵੀਂ ਖਬਰ ਆਈ ਜੋ ਟਵਿੱਟਰ ਉਪਭੋਗਤਾਵਾਂ ਨੂੰ ਇੰਨਾ ਹੈਰਾਨ ਨਹੀਂ ਕਰੇਗੀ ਕਿਉਂਕਿ ਉਹਨਾਂ ਨੇ ਹੀ ਇਸ ਦੇ ਲਈ ਵੋਟ ਕੀਤਾ। ਟਵਿੱਟਰ ਦੇ ਨਵੇਂ CEO ਬਹੁਤ ਜਲਦ ਆਪਣੀ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਦੇ CEO ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਨੇ। ਉਹਨਾਂ ਨੇ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਦੀ ਰਾਏ ਮੁਤਾਬਕ ਚੱਲਣ ਦਾ ਫੈਸਲਾ ਕੀਤਾ। ਐਲਨ ਮਸਕ ਨੇ ਆਪਣੇ ਟਵੀਟ 'ਚ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਕੋਈ ਅਜਿਹਾ ਮੂਰਖ ਵਿਅਕਤੀ ਮਿਲ ਜਾਏਗਾ ਜੋ ਇਹ ਅਹੁਦਾ ਲੈਣ ਦੇ ਯੋਗ ਹੋਏਗਾ ਤਾਂ ਉਹ ਤੁਰੰਤ ਅਸਤੀਫਾ ਦੇ ਦੇਣਗੇ। ਇਸ ਤੋਂ ਬਾਅਦ ਕੇਬਲ ਸੌਫਟਵੇਅਰ ਚਲਾਏਗਾ ਤੇ ਸਰਵਰ ਟੀਮ ਦੀ ਦੇਖਭਾਲ ਕਰੇਗਾ। ਮੰਗਲਵਾਰ ਨੂੰ CNBC ਦੀ ਇੱਕ ਰਿਪੋਰਟ ਦੇ ਅਨੁਸਾਰ ਐਲਨ ਮਸਕ ਸਰਗਰਮੀ ਦੇ ਨਾਲ ਟਵਿੱਟਰ ਦੇ ਇੱਕ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਦੀ ਭਾਲ ਕਰ ਰਹੇ ਨੇ। ਦਰਅਸਲ ਐਲਨ ਮਸਕ ਨੇ ਹਾਲ ਹੀ ਵਿੱਚ ਇੱਕ ਟਵਿੱਟਰ ਪੋਲ ਕਰਵਾਇਆ ਜਿਸ ਦੇ ਵਿੱਚ ਉਹਨਾਂ ਨੇ ਪੁੱਛਿਆ ਸੀਗਾ ਕਿ ਉਹ ਅਸਤੀਫਾ ਦੇਣ ਜਾਂ ਨਾ ਦੇਣ ਤੇ ਉਸ ਦੇ ਵਿੱਚ ਜਿਹੜੇ ਜ਼ਿਆਦਾ % ਲੋਕ ਨੇ ਉਹਨਾਂ ਨੇ ਅਸਤੀਫੇ ਦੀ ਗੱਲ ਜਿਹੜੀ ਹੈ ਸਵੀਕਾਰ ਕੀਤੀ ਹੈ ਕਿ ਐਲਨ ਮਸਕ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਹਾਲਾਂਕਿ ਇਸ ਪੋਲ ਦਾ ਨਤੀਜਾ ਐਲਨ ਮਸਕ ਲਈ ਨਿਰਾਸ਼ਾਜਨਕ ਵੀ ਰਿਹਾ ਤੇ ਨਹੀਂ ਵੀ ਰਿਹਾ ਕਿਉਂਕਿ ਐਲਨ ਮਸਕ ਥੋੜਾ ਬਹੁਤ ਕੁਝ ਤਾਂ ਆਪੇ ਜਾਣਦੇ ਨੇ। ਨਿਊਯਾਰਕ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ ਕੁੱਤਿਆਂ, ਬਿੱਲੀਆਂ ਤੇ ਖਰਗੋਸ਼ਾਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹਾਚੋਲ ਨੇ ਵੀਰਵਾਰ ਨੂੰ ਪਪੀ ਬਿੱਲ ਤੇ ਦਸਤਖਤ ਕੀਤੇ ਔਰ ਹੁਣ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ
ਬਿੱਲੀਆਂ, ਕੁੱਤਿਆਂ ਤੇ ਖਰਗੋਸ਼ਾਂ ਦੀ ਵਿਕਰੀ ਕਾਨੂੰਨੀ ਜੁਰਮ ਹੋਏਗਾ। ਹਾਲਾਂਕਿ ਨਵੇਂ ਕਾਨੂੰਨ ਦਾ ਉਹਨਾਂ ਲੋਕਾਂ ਤੇ ਕੋਈ ਅਸਰ ਨਹੀਂ ਪਏਗਾ ਜੋ ਆਪਣੇ ਘਰਾਂ 'ਚ ਪੈਦਾ ਹੋਏ ਜਾਨਵਰਾਂ ਨੂੰ ਵੇਚਦੇ ਨੇ। ਸਥਾਨਕ ਪਾਲਤੂ ਜਾਨਵਰਾਂ ਦੇ ਦੁਕਾਨਦਾਰਾਂ ਕੋਲ ਨਵੇਂ ਕਾਨੂੰਨ ਦੀ ਪਾਲਣਾ ਕਰਨ ਦੇ ਲਈ 2024 ਤੱਕ ਦਾ ਸਮਾਂ ਹੋਏਗਾ। ਇੱਕ ਕਤੂਰੇ ਦੀ ਮਿਲ ਆਮ ਤੌਰ ਤੇ ਘਰੇਲੂ ਜਾਨਵਰਾਂ ਦੇ ਲਈ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੇ ਲਈ ਬਣਾਈ ਜਾਂਦੀ ਹੈ। ਇਹਨਾਂ ਵਿੱਚ ਪਸ਼ੂਆਂ ਦੀ ਸਿਹਤ ਨਾਲ ਖਲਵਾੜ ਕਰਨ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ। ਗਵਰਨਰ ਹੌਚੁਲ ਨੇ ਕਿਹਾ ਕਿ ਪਾਲਤੂ ਜਾਨਵਰਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੇ ਨਾਲ ਜਾਨਵਰਾਂ ਦੀ ਭਲਾਈ ਦੀ ਸੁਰੱਖਿਆ 'ਚ ਮਦਦ ਮਿਲੇਗੀ। ਹੌਚੁਲ ਨੇ ਕਿਹਾ ਕਿ ਨਿਊਯਾਰਕ ਵਿੱਚ ਕੁੱਤੇ, ਬਿੱਲੀਆਂ, ਖਰਗੋਸ਼ ਪਿਆਰ ਕਰਨ ਵਾਲੇ ਘਰਾਂ ਅਤੇ ਮਨੁੱਖੀ ਸਲੂਕ ਦੇ ਹੱਕਦਾਰ ਨੇ। ਕਤੂਰੇ ਦੀ ਮਿਲ ਨੂੰ ਖਤਮ ਕਰਨਾ ਇੱਕ ਜ਼ਾਲਮ ਉਦਯੋਗ ਦੀਆਂ ਬੁਰਾਈਆਂ ਉੱਤੇ ਦਿਆਲਤਾ ਦੀ ਜਿੱਤ ਦਾ ਪ੍ਰਤੀਕ ਹੈ। ਉਹਨਾਂ ਨਾਲ ਖੇਡ ਕੇ ਕਮਾਈ ਦਾ ਸਾਧਨ ਬਣਾਇਆ ਗਿਆ। ਹਿਊਮਨ ਸੁਸਾਇਟੀ ਦੇ ਅਨੁਸਾਰ 2 ਮਿਲੀਅਨ ਤੋਂ ਵੱਧ ਕੁੱਤੇ ਕੇਵਲ ਪ੍ਰਜਨਨ ਅਤੇ USDA ਲਾਇਸੈਂਸਸ਼ੁਦਾ ਕਤੂਰੇ ਮਿਲਾਂ ਵਿੱਚ ਪੂਰੇ ਸੰਯੁਕਤ ਰਾਜ ਵਿੱਚ ਰੱਖੇ ਗਏ ਨੇ। ਹਿਊਮਨ ਸੁਸਾਇਟੀ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ ਹਰ ਸਾਲ 2 ਮਿਲੀਅਨ ਕਤੂਰੇ ਵੇਚੇ ਜਾਂਦੇ ਨੇ ਜੋ ਕਤੂਰੇ ਦੀਆਂ ਮਿਲਾਂ ਵਿੱਚ ਪੈਦਾ ਹੁੰਦੇ ਨੇ। ਇਹ ਕਾਨੂੰਨ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਕਤੂਰੇ ਮਿਲਾਂ ਨੂੰ ਖਤਮ ਕੀਤਾ ਜਾ ਸਕੇ। ਨਿਊਯਾਰਕ ਪੱਪੇ ਮਿਲਾਂ ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਰਾਜ ਨਹੀਂ ਹੈ। 2017 ਵਿੱਚ ਕੈਲੀਫੋਰਨੀਆ ਇਸ ਕਾਨੂੰਨ ਨੂੰ ਪਾਸ ਕਰਨ ਵਾਲਾ ਪਹਿਲਾ ਰਾਜ ਬਣ ਗਿਆ। ਮੈਰੀਲੈਂਡ ਨੇ ਵੀ 2020 ਵਿੱਚ ਇਸ ਕਾਨੂੰਨ ਨੂੰ ਪਾਸ ਕੀਤਾ ਸੀ। ਇਸ ਤੋਂ ਬਾਅਦ 2021 ਵਿੱਚ ਇਲੀਨੋਇਸ ਨੇ ਨਿਊਯਾਰਕ ਵਿੱਚ ਪੇਟ ਐਡਵੋਕੇਟ ਗਰੁੱਪ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਨੇ। ਵੈਨਕੂਵਰ ਆਈਲੈਂਡ ਦੇ ਜ਼ਿਆਦਾਤਰ ਹਿੱਸੇ ਹੋਈ ਬਰਫ਼ਬਾਰੀ ਕਾਰਨ ਸਮੁੱਚਾ ਜਨਜੀਵਨ ਬੇहद ਪ੍ਰਭਾਵਿਤ ਹੋ ਰਿਹਾ। ਚਾਰੇ ਪਾਸੇ ਲਗਭਗ 1 ਫੁੱਟ ਬਰਫ਼ ਦੀ ਤਹਿ ਨਾਲ ਧਰਤੀ ਢਕੀ ਹੋਈ ਹੈ। ਰਾਤ ਭਰ ਹੋਈ ਬਰਫ਼ਬਾਰੀ ਕਾਰਨ ਕਈ ਆਵਾਜਾਈ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਹਜ਼ਾਰਾਂ ਲੋਕਾਂ ਦੀ ਬਿਜਲੀ ਕੱਟ ਦਾ ਸਾਹਮਣਾ ਕਰਨਾ ਪੈ ਰਿਹਾ। ਦੱਖਣੀ ਵੈਨਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਰਾਤੋਂ ਰਾਤ 30 ਸੈਂਟੀਮੀਟਰ ਤੋਂ ਵੱਧ ਬਰਫ਼ ਪੈਣ ਦੀ ਖਬਰ ਹੈ। ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਵਿਕਟੋਰੀਆ ਅਤੇ ਕੁਆਲਮ ਬੀਚ ਦੇ ਵਿਚਕਾਰਲੇ ਖੇਤਰਾਂ ਦੇ ਲਈ ਬੁੱਧਵਾਰ ਨੂੰ ਸਵੇਰ ਤੋਂ ਪਹਿਲਾਂ 5 ਤੋਂ 10 ਸੈਂਟੀਮੀਟਰ ਤੱਕ ਹੋਰ ਬਰਫ਼ ਪੈ ਸਕਦੀ ਹੈ। ਸਰੀ ਵਿੱਚ ਵੀ ਭਾਰੀ ਬਰਫ਼ ਚਾਰੇ ਪਾਸੇ ਦੇਖੀ ਗਈ ਹੈ। ਸੜਕਾਂ ਦਾ ਬੁਰਾ ਹਾਲ ਹੈ ਤੇ ਕਾਰ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਰਪੇਸ਼ ਆ ਰਹੀ ਹੈ। ਇੰਨੀ ਭਾਰੀ ਬਰਫ਼ਬਾਰੀ ਕਈ ਵਰ੍ਹਿਆਂ ਬਾਅਦ ਦੇਖਣ ਨੂੰ ਮਿਲੀ ਹੈ। ਵੈਨਕੂਵਰ ਆਈਲੈਂਡ ਯੂਨੀਵਰਸਿਟੀ ਨੇ ਕਾਲਜ ਅਤੇ ਰਾਇਲ ਰੋਡਸ ਯੂਨੀਵਰਸਿਟੀ ਵੀ ਬੰਦ ਨੇ। ਵਿਕਟੋਰੀਆ ਇੰਟਰਨੈਸ਼ਨਲ 에ਅਰਪੋਰਟ ਨੇ ਹੈਲੀਜੈਟ ਇੰਟਰਨੈਸ਼ਨਲ ਅਤੇ ਹਾਰਬਰ 에ਅਰ ਦੀਆਂ ਕਈ ਇਨਬਾਊਂਡ ਅਤੇ ਆਊਟਬਾਊਂਡ ਉਡਾਣਾਂ ਨੂੰ ਰੱਦ ਕਰ ਦਿੱਤਾ। ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਨੂੰ ਆਉਣ ਵਾਲੀਆਂ ਉਡਾਣਾਂ ਨੂੰ ਵੀ ਅਸਥਾਈ ਤੌਰ ਤੇ ਮੁਅੱਤਲ ਕਰਨਾ ਪਿਆ ਤੇ ਬਹੁਤ ਸਾਰੇ ਰਵਾਨਗੀ ਵਾਲੇ ਜਹਾਜ਼ਾਂ ਨੂੰ ਆਪਣੇ ਗੇਟਾਂ ਤੇ ਰੁਕਣ ਦੇ ਲਈ ਮਜਬੂਰ ਕਰ ਦਿੱਤਾ, ਜਦੋਂ ਕਿ BC ਫੈਰੀਜ਼ ਨੇ ਲੋਅਰ ਮੈਨਲੈਂਡ ਅਤੇ ਵੈਨਕੂਵਰ ਆਈਲੈਂਡ ਵਿਚਕਾਰ 20 ਤੋਂ ਵੱਧ ਜਹਾਜ਼ਾਂ ਨੂੰ ਰੱਦ ਕਰ ਦਿੱਤਾ। ਪੰਜਾਬ ਤੋਂ ਪਿਛਲੇ ਮਹੀਨੇ ਹੀ ਕੈਨੇਡਾ ਆਏ ਇੱਕ 30 ਸਾਲਾ ਸਿੱਖ ਨੌਜਵਾਨ ਦੀ ਮਿਸੀਸਾਗਾ ਵਿੱਚ ਇੱਕ ਟਰਾਂਸਪੋਰਟ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਕੇ ਤੇ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 13 ਦਸੰਬਰ ਨੂੰ ਸਵੇਰੇ 7 ਵਜੇ ਤੋਂ ਪਹਿਲਾਂ ਕਾਟਨ ਪਾਰਕ ਡਰਾਈਵ ਅਤੇ ਐਡਵਰਡਸ ਬੁਲਾਵੇਡ ਵਿਖੇ ਵਾਪਰੇ ਹਾਦਸੇ ਵਿੱਚ ਮਨਪ੍ਰੀਤ ਸਿੰਘ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਮਨਪ੍ਰੀਤ ਮਿਸੀਸਾਗਾ ਦੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਸਵੇਰੇ ਹੀ ਘਰੋਂ ਚਲਾ ਗਿਆ ਸੀ। ਮਨਪ੍ਰੀਤ ਦੇ ਦੋਸਤ ਬਲਵਿੰਦਰ ਸਿੰਘ ਨੇ ਕੈਨੇਡਾ ਵਿੱਚ ਇੱਕ ਬਹੁਭਾਸ਼ਾਈ ਅਤੇ ਬਹੁ ਸੱਭਿਆਚਾਰਕ ਟੈਲੀਵਿਜ਼ਨ ਪ੍ਰਸਾਰਕ ਨਿਊਜ਼ ਨੂੰ ਦੱਸਿਆ ਸੀਗਾ ਕਿ ਸਵੇਰੇ 6:47 ਜਾਂ 6:50 ਦੇ ਕਰੀਬ ਉਹ ਹਾਦਸੇ ਦਾ ਸ਼ਿਕਾਰ ਹੋਇਆ। ਉਹ ਬੱਸ ਤੋਂ ਹੇਠਾਂ ਉਤਰਿਆ ਤੇ ਪੈਦਲ ਜਾ ਰਿਹਾ ਸੀਗਾ ਕਿ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਲਵਿੰਦਰ ਨੇ ਦੱਸਿਆ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੇ ਸਪਾਊਸ ਵਿਜ਼ਿਟ ਤੇ ਆਇਆ ਸੀ। ਮਨਪ੍ਰੀਤ ਦੀ ਮ੍ਰਿਤਕ ਦੀ ਨੂੰ ਅੰਤਿਮ ਸੰਸਕਾਰ ਦੇ ਲਈ ਭਾਰਤ ਲਿਆਉਣ ਦੇ ਲਈ GoFundMe ਪੇਜ ਬਣਾਇਆ ਗਿਆ ਹੈ। ਪਿਛਲੇ ਮਹੀਨੇ 20 ਸਾਲਾ ਭਾਰਤੀ ਵਿਦਿਆਰਥੀ ਕਾਰਤਿਕ ਸੈਣੀ ਦੀ ਟੋਰਾਂਟੋ ਵਿੱਚ ਇੱਕ ਸਾਈਕਲ ਤੇ ਸੜਕ ਪਾਰ ਕਰਦੇ ਸਮੇਂ ਪਿਕਅਪ ਟਰੱਕ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ ਸੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਨੁਸਾਰ ਇਸ ਸਾਲ ਹੁਣ ਤੱਕ OPP ਗਸ਼ਤ ਵਾਲੀਆਂ ਸੜਕਾਂ, ਜਲ ਮਾਰਗਾਂ ਤੇ ਟ੍ਰੇਲਾਂ ਤੇ 269 ਮੌਤਾਂ ਹੋਈਆਂ ਨੇ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋਫੈਸਰ ਡਾਕਟਰ SP ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜ਼ੋਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ 170 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਕੇ ਚੈੱਕ ਦਿੱਤੇ ਗਏ। ਇਸ ਸਹਾਇਤਾ ਦੇ ਚੈੱਕ ਸਰਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ MLA ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਮਹੰਤ ਕਸ਼ਮੀਰ ਸਿੰਘ ਦੀ ਮੌਜੂਦਗੀ ਵਿੱਚ ਤਕਸੀਮ ਕੀਤੇ ਗਏ। ਮੁੱਖ ਮਹਿਮਾਨ ਰੋਜ਼ੀ ਬਰਕੰਦੀ ਵੱਲੋਂ ਉਬਰਾਏ ਦੇ ਸੁਪਰਾਲੇ ਦੀ ਸ਼ਲਾਘਾ ਕੀਤੀ ਗਈ। ਅਰਵਿੰਦਰਪਾਲ ਸਿੰਘ ਬੂੜਾ ਗੱਜਰ ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਚੈੱਕ ਵਿਧਵਾਵਾਂ, ਬੇਸਹਾਰਾ ਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਹਰ ਮਹੀਨੇ ਦਿੱਤੇ ਜਾਂਦੇ ਨੇ। ਟਰੱਸਟ ਦੀ ਕੋਈ ਵੀ ਰਸੀਦ ਬੁੱਕ ਨਹੀਂ ਹੈ। ਇਹ ਰਾਸ਼ੀ ਉਬਰਾਏ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਦਿੱਤੀ ਜਾਂਦੀ ਹੈ ਤਾਂ ਜੋ ਇਹ ਲੋਕ ਆਪਣੀਆਂ ਜ਼ਰੂਰਤਾਂ
ਪੂਰੀਆਂ ਕਰ ਸਕਣ। ਇਸ ਮੌਕੇ ਬਲਵਿੰਦਰ ਸਿੰਘ ਬਰਾੜ, ਬਲਜੀਤ ਸਿੰਘ ਮਾਨ, ਅਸ਼ੋਕ ਕੁਮਾਰ, ਸੋਮਨਾਥ, ਬਰਨੇਕ ਸਿੰਘ, ਗੁਰਪਾਲ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ ਆਦਿ ਸ਼ਾਮਲ ਸਨ। ਜਦੋਂ ਤੋਂ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਹੈ, ਉਹਨਾਂ ਨੇ ਕਈ ਅਜਿਹੇ ਫੈਸਲੇ ਲਏ ਨੇ ਜੋ ਕਾਫੀ ਹੈਰਾਨੀਜਨਕ ਨੇ। ਹਾਲਾਂਕਿ ਤਾਲਿਬਾਨ ਹਮੇਸ਼ਾ ਹੀ ਔਰਤਾਂ ਤੇ ਲੜਕੀਆਂ ਦੀ ਆਜ਼ਾਦੀ ਤੇ ਰੋਕ ਲਗਾਉਂਦਾ ਰਿਹਾ, ਪਰ ਹੁਣ ਉਹਨਾਂ ਦੇ ਇੱਕ ਹੋਰ ਫੈਸਲੇ ਨੇ ਲੜਕੀਆਂ ਦੇ ਸੁਪਨੇ ਤੋੜਨ ਦਾ ਕੰਮ ਕੀਤਾ। ਤਾਲਿਬਾਨ ਨੇ ਅਫਗਾਨ ਲੜਕੀਆਂ ਦੇ ਲਈ ਯੂਨੀਵਰਸਿਟੀ ਦੀ ਪੜ੍ਹਾਈ ਤੇ ਪਾਬੰਦੀ ਲਗਾ ਦਿੱਤੀ। ਹਿਊਮਨ ਰਾਈਟਸ ਵਾਚ ਦੇ ਅਨੁਸਾਰ ਤਾਲਿਬਾਨ ਨੇ ਅਗਸਤ 2021 ਵਿੱਚ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਤੇ ਬੁਨਿਆਦੀ ਅਧਿਕਾਰਾਂ, ਖਾਸ ਤੌਰ ਤੇ ਔਰਤਾਂ ਤੇ ਲੜਕੀਆਂ ਦੇ ਵਿਰੁੱਧ ਬੁਰੀ ਤਰ੍ਹਾਂ ਦੇ ਨਾਲ ਪਾਬੰਦੀਆਂ ਵਾਲੀਆਂ ਨੀਤੀਆਂ ਲਾਗੂ ਕੀਤੀਆਂ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।